ਦੇਖੋ ਮੈਂ ਹਾਈ ਕਮਾਂਡ ਦਾ ਧੰਨਵਾਦ ਵੀ ਕਰਦੀ ਹਾਂ ਤੇ ਉਹਨਾਂ ਦਾ ਹਮੇਸ਼ਾ ਹਰ ਹੁਕਮ ਵੀ ਮੰਨਿਆ। ਹਾਲਾਂਕਿ ਇਸ ਵਾਰ ਮੈਂ ਚਾਹੁੰਦੀ ਸੀ ਕਿ ਕਿਸੇ ਹੋਰ ਵੀ ਯੰਗਸਟਰ ਜਿਹੜੇ ਆ ਲੜਨ, ਤੇ ਕਿਉਂਕਿ ਸਾਡੇ ਹੋਰ ਵੀ ਏਜ ਡੀ ਕਾਫੀ 3-4 ਉਮੀਦਵਾਰ ਹੋਰ ਸੀ ਪੰਜਾਬ ਦੇ ਵਿੱਚੋਂ। ਅਸੀਂ ਸਮਝਦੇ ਸੀ ਯੰਗਸਟਰ ਅੱਗੇ ਆਉਣ, ਲੇਕਿਨ ਮੈਨੂੰ ਬਾਕਾਇਦਾ ਉਹਨਾਂ ਦੇ ਬਾਰ-ਬਾਰ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਕਿ ਮੈਂ ਹੀ ਲੜਾਂ ਆਉਣ ਵਾਲੇ ਸਮੇਂ 'ਚ, ਤੇ ਮੈਂ ਉਹਨਾਂ ਦਾ ਹੁਕਮ ਮੰਨਿਆ। ਮੈਂ ਉਹਨਾਂ ਦੀ ਧੰਨਵਾਦੀ ਹੈਗੀ ਹਾਂ। ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਕਾਂਗਰਸ ਨੇ ਹਜੇ ਤੱਕ ਨਹੀਂ ਲੰਨਿਆ। ਕਿਸ ਤਰ੍ਹਾਂ ਦੇਖ ਰਹੇ ਹੋ ਵੀ ਕੌਣ ਹੋਣਾ ਚਾਹੀਦਾ? ਕਿਉਂਕਿ ਨਵਜੋਤ ਸਿੱਧੂ ਵੀ ਆ ਰਹੇ ਨੇ, ਚੰਨੀ ਵੀ ਹੈਗਾ, ਸੁਨੀਲ ਜਾਖੜ ਦਾ ਨਾਮ ਜਿਵੇਂ ਚੱਲ ਰਿਹਾ ਸੀਗਾ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੋ ਸਾਡੀ ਪੁਰਾਣੀ ਰਵਾਇਤ ਰਹੀ ਹੈ ਉਹਦੇ ਵਿੱਚ ਕਦੇ ਵੀ ਪਹਿਲਾਂ ਲਾਣਦੇ ਨਹੀਂ, ਟਿਕਟਾਂ ਲਾਣਦੇ ਆ। ਟਿਕਟਾਂ ਤੋਂ ਬਾਅਦ ਜੋ ਲੋਕ ਐਮਐਲਏ ਬਣਾ ਦਿੰਦੇ ਆ, ਉਹਨਾਂ ਦੀ ਕੰਸੈਂਸਸ ਨਾਲ ਫਿਰ ਹਾਈ ਕਮਾਂਡ ਉੱਥੇ ਲਾਣਦੀ ਹੈ ਸੀਐਮ ਦਾ ਚਿਹਰਾ। ਇੱਕ ਅੱਧੀ ਵਾਰੀ ਕਰਨਾ ਪਿਆ ਜਿਹਦਾ ਸਮਝਦੇ ਆ ਕਿ ਜ਼ਿਆਦਾ ਫਾਇਦਾ ਨਹੀਂ ਹੋਇਆ। ਸੋ ਇਹ ਹਾਈ ਕਮਾਂਡ ਇਸ ਦੇ ਉੱਤੇ ਬੜਾ ਵਿਚਾਰ ਕਰ ਰਹੀ ਹੈ, ਤੇ ਉਹਨਾਂ ਨੇ ਇੱਕ ਤਰੀਕੇ ਨਾਲ ਕਹਿ ਵੀ ਦਿੱਤਾ ਹੈ ਵੀ ਅਜੇ ਤਾਂ ਸਾਰੇ ਚੱਲ 3-4 ਦੇ ਨਾਂ ਵੀ ਲਏ ਹੈ। ਔਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਕਿਹਾ ਕਿ ਸਾਰੀ ਕਾਂਗਰਸ ਸਾਡਾ ਚਿਹਰਾ ਹੈਗੀ ਹੈ, ਤੇ ਜਿਸ ਵਕਤ ਚੁਣਨਗੇ ਇਹ ਕਰਨਾ ਹੈ। ਹੁਣ ਇਹ ਪਾਰਟੀ ਦਾ ਆਪਣਾ ਪ੍ਰੋਰੋਗੇਟਿਵ ਹੈ, ਕਦੋਂ ਕੀ ਕਰਨਾ ਹੈ ਇਹ ਉਹਨਾਂ ਉੱਤੇ ਡਿਪੈਂਡ ਕਰਦਾ ਹੈ। ਲੱਗਦਾ ਨਹੀਂ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਪਹਿਲਾਂ ਸੀਐਮ ਚਿਹਰੇ ਨੂੰ ਲੈ ਕੇ ਹੋਇਆ ਸੀਗਾ, ਪੰਜਾਬ ਦੇ ਵਿੱਚ ਸੀਐਮ ਚਿਹਰੇ ਦਾ ਨਾਂ ਅਗਰ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੀਤਾ ਜਾਵੇ? ਮੈਂ ਜਿਸ ਤਰ੍ਹਾਂ ਦੱਸਿਆ ਕਿ ਇੰਨੀ ਵਾਰ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਵਿਦਆਊਟ ਸੀਐਮ ਦਾ ਚਿਹਰਾ ਲਾਣੇ ਤੋਂ ਹੀ ਬਣੀਆਂ ਨੇ, ਲੇਕਿਨ ਆਮ ਆਦਮੀ ਪਾਰਟੀ ਕਿਉਂਕਿ ਜਿਵੇਂ ਨਵੀਂ ਜੰਮੀ ਪਾਰਟੀ ਸਮਝਦੇ ਨੇ, ਪਹਿਲੀ ਵਾਰ ਇਹਨਾਂ ਨੂੰ 4 ਪਿਛਲੀ ਵਾਰ ਐਮਪੀ ਜਿਤਾਏ ਪੰਜਾਬ ਦੇ ਵਿੱਚੋਂ, ਹੋਰ ਤਾਂ ਕਿਤੋਂ ਆਇਆ ਹੀ ਨਹੀਂ, ਕੋਈ ਇਕੱਲਾ ਭਗਵੰਤ ਮਾਨ ਹੀ ਆ ਉੱਪਰ। 4 ਐਮਪੀ ਜਿਤਾਏ ਜਿਨ੍ਹਾਂ 'ਚੋਂ 3 ਵਾਪਸ ਚਲੇ ਗਏ। ਇਸ ਕਰਕੇ ਜਿਹੜਾ ਹੈਗਾ ਇਹ ਪਾਰਟੀਆਂ ਜਿਨ੍ਹਾਂ ਦਾ ਆਪਣਾ ਬਹੁਤਾ ਅਜੇ ਨਵੀਆਂ ਨਵੀਆਂ ਹੈਗੀਆਂ ਉਹ ਗੱਲ ਹੈ ਨਹੀਂ ਵਜੂਦ, ਇਸ ਕਰਕੇ ਇਹਨਾਂ ਨੂੰ ਚਿਹਰਾ ਲਾਣਾ ਪੈਂਦਾ ਕਿ ਆਹ ਸਾਡਾ ਹੋਊਗਾ। ਲੇਕਿਨ ਉਹਦੇ ਵਿੱਚ ਵੀ ਜੇ ਨਿੱਕੀ ਪਾਰਟੀ ਜਿਹੜੀ ਇੱਕ ਟੈਰੀਟਰੀ 'ਚ ਦਿੱਲੀ ਬੈਠੀ ਹੈ, ਇੱਥੇ ਪੰਜਾਬ 'ਚ ਕੋਸ਼ਿਸ਼ ਕਰ ਰਹੀ ਹੈ, ਉਹ ਹੀ ਚਿਹਰਾ ਨਹੀਂ ਲਾਣ ਸਕੇ, ਕਦੇ ਕੋਈ ਬਹਾਨੇ ਕਦੇ ਕੋਈ ਬਹਾਨੇ ਕਦੇ ਕੋਈ ਬਹਾਨੇ। ਤੇ ਇਸ ਕਰਕੇ ਇਹਦੇ ਨਾਲ ਇਹਨਾਂ ਦੀ ਵੀਕਨੈਸ ਵੀ ਜ਼ਾਹਰ ਹੁੰਦੀ ਹੈ। ਔਰ ਲਾਣ ਤਾਂ ਉਹ ਨਹੀਂ ਕਰ ਸਕੇ, ਕਾਂਗਰਸ ਤਾਂ ਕਦੇ ਵੀ ਨਹੀਂ ਕੀਤਾ ਇੱਕ ਅੱਧੀ ਵਾਰ ਨੂੰ ਛੱਡ ਕੇ। ਕਾਂਗਰਸ ਆਪਣੇ ਉਹੀ ਕੰਸਟੀਟਿਊਸ਼ਨ ਦੇ ਮੁਤਾਬਕ ਹੀ ਚੱਲਦੀ ਹੈ, ਆਪਣੇ ਮੁਤਾਬਕ ਕਰਨਗੇ। ਤੁਹਾਡੇ ਪਾਰਟੀ ਦੇ ਕਈ ਲੀਡਰ ਜੀ ਬੀਜੇਪੀ 'ਚ ਸ਼ਾਮਲ ਹੁੰਦੇ ਜਾ ਰਹੇ, ਅੱਜ ਹਰਜੋਤ ਸਿੰਘ ਕਮਲ ਵੀ ਜਿਹੜੇ ਉਹ ਚਲੇ ਗਏ ਆ ਬੀਜੇਪੀ ਦੇ ਵਿੱਚ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜਿਨ੍ਹਾਂ ਦੀਆਂ ਵੀ, ਜਿਸ ਤਰ੍ਹਾਂ ਹਰਜੋਤ ਕਮਲ ਹੈਗਾ ਬੜਾ ਸਿਆਣਾ ਮੁੰਡਾ ਹੈ, ਸਾਊ ਮੁੰਡਾ ਹੈ, ਬੜੀ ਮਿਹਨਤ ਕੀਤੀ ਹੈ। ਮੈਨੂੰ ਉਹਦੇ 'ਤੇ ਮੈਨੂੰ ਦੁੱਖ ਵੀ ਹੈ ਕਿ ਉਸ ਦੀ ਟਿਕਟ ਜਿਹੜੀ ਹੈਗੀ ਹੈ ਉਹਨੂੰ ਮਿਲਣੀ ਚਾਹੀਦੀ ਸੀ, ਲੇਕਿਨ ਪਾਰਟੀ ਦੇ ਡਿਸੀਜਨ ਕਈ ਵਾਰੀ ਇਸ ਤਰ੍ਹਾਂ ਦੇ ਹੋ ਜਾਂਦੇ ਨੇ। ਔਰ ਇਸ ਕਰਕੇ ਕਈ ਵਾਰੀ ਤੱਤੇ ਘਰ ਜੈਂਟਮੈਂਟ ਵੀ ਹੁੰਦੀ ਹੈ, ਤੇ ਆਪਣੇ ਫਿਊਚਰ ਵੀ ਸੋਚ ਕੇ ਬੰਦੇ ਕਰ ਲੈਂਦੇ ਆ। ਲੇਕਿਨ ਇੱਕ ਗੱਲ ਸਾਰੀ ਮੈਂ ਵੀ ਕਹਿੰਦੀ ਹਾਂ ਤੇ ਲੋਕ ਵੀ ਦੇਖਦੇ ਆ, ਸਾਡੀ ਪਾਰਟੀ 'ਚੋਂ ਬਹੁਤ ਸਾਰੇ ਘੱਟ ਬੰਦੇ ਛੱਡ ਕੇ ਗਏ ਨੇ। ਕਿਸੇ ਨਾ ਕਿਸੇ ਦੁੱਖ ਵੀ ਹੈ ਕਿ ਉਸ ਦੀ ਟਿਕਟ ਜਿਹੜੀ ਹੈਗੀ ਹੈ ਉਹਨੂੰ ਮਿਲਣੀ ਚਾਹੀਦੀ ਸੀ, ਲੇਕਿਨ ਪਾਰਟੀ ਦੇ ਡਿਸੀਜਨ ਕਈ ਵਾਰੀ ਇਸ ਤਰ੍ਹਾਂ ਦੇ ਹੋ ਜਾਂਦੇ ਨੇ। ਔਰ ਇਸ ਕਰਕੇ ਕਈ ਵਾਰੀ ਤੱਤੇ ਘਰ ਜੈਂਟਮੈਂਟ ਵੀ ਹੁੰਦੀ ਹੈ, ਤੇ ਆਪਣੇ ਫਿਊਚਰ ਵੀ ਸੋਚ ਕੇ ਬੰਦੇ ਕਰ ਲੈਂਦੇ ਆ। ਲੇਕਿਨ ਇੱਕ ਗੱਲ ਸਾਰੀ ਮੈਂ ਵੀ ਕਹਿੰਦੀ ਹਾਂ ਤੇ ਲੋਕ ਵੀ ਦੇਖਦੇ ਆ, ਸਾਡੀ ਪਾਰਟੀ 'ਚੋਂ ਬਹੁਤ ਸਾਰੇ ਘੱਟ ਬੰਦੇ ਛੱਡ ਕੇ ਗਏ ਨੇ। ਕਿਸੇ ਨਾ ਕਿਸੇ ਐਸੇ ਰੀਜਨ ਕਰਕੇ ਵੀ ਜਾਣਾ ਪਿਆ, ਗਏ ਜਾਂ ਕਿਸ ਤਰ੍ਹਾਂ ਹੋਇਆ, ਬਹੁਤ ਘੱਟ ਗਏ ਹੈਗੇ ਨੇ, ਜਦ ਕਿ ਸਾਡੀ ਪਾਰਟੀ ਸ਼ਾਮਲ ਜ਼ਿਆਦਾ ਹੋਏ ਨੇ। ਹੁਣ ਸਾਡੇ ਮੁਕਾਬਲੇ 'ਚ ਦੂਜੀਆਂ ਪਾਰਟੀਆਂ ਜਿਹੜੀਆਂ, ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਜਦੋਂ ਜਾਬਤਾ ਲੱਗ ਗਿਆ ਦੇਖਿਓ ਮੇਰੀ ਲਾਈਨਾਂ ਲੱਗ ਜਾਣਗੀਆਂ। ਇੱਕ ਵੀ ਬੰਦਾ ਕੈਪਟਨ ਦੀ ਪਾਰਟੀ ਸ਼ਾਮਲ ਨਹੀਂ ਹੋਇਆ, ਛੱਡ ਕੇ ਗਏ ਨੇ ਖੁਦ ਇਹਨਾਂ ਦੇ ਸਾਥੀ ਸੋਢੀ ਉਹਨਾਂ ਵਰਗੇ। ਇਹਨਾਂ ਰਾਹੀਂ ਨਹੀਂ ਜਾਣਾ, ਜਾਂ ਤ੍ਰਿਪਤ ਬਾਜਵਾ ਸੀਗਾ ਆਪਣਾ ਫਤਿਹ ਜੰਗ ਬਾਜਵਾ ਸੀ, ਉਹ ਕੈਪਟਨ ਰਾਹੀਂ ਨਹੀਂ, ਉਹ ਸਿੱਧੇ ਬੀਜੇਪੀ ਚਲੇ ਗਏ ਕੈਪਟਨ ਨੂੰ ਬਾਈਪਾਸ ਕਰਕੇ। ਇਹਦੇ 'ਚ ਕੋਈ ਸ਼ਾਮਲ ਨਹੀਂ ਹੋਇਆ। ਢੀਂਡਸੇ ਉਹਨਾਂ ਦੀ ਪਾਰਟੀ ਹੈ, ਇਹਨਾਂ ਨੂੰ ਵੀ ਆਸ ਸੀ ਕਿ ਬਹੁਤ ਆਉਣਗੇ, ਕੋਈ ਵੀ ਸ਼ਾਮਲ ਨਹੀਂ ਹੋਇਆ ਜਿਹੜਾ ਢੀਂਡਸੇ ਉਹਨਾਂ ਦੀ ਪਾਰਟੀ ਬਣੀ ਹੈ, ਬਲਕਿ ਛੱਡ ਕੇ ਗਏ ਨੇ। ਜਿਸ ਤਰ੍ਹਾਂ ਉਹ ਮਾਝੇ ਵਾਲਾ ਇਹਨਾਂ ਦਾ ਬਰਾਬਰ ਦਾ ਸਾਥੀ ਛੱਡ ਕੇ ਗਏਗਾ। ਇਸ ਕਰਕੇ ਇਹ 2 ਪਾਰਟੀਆਂ ਦਾ ਹੈ ਨਹੀਂ, ਕਾਂਗਰਸ ਪਾਰਟੀ ਵਿੱਚ ਕੋਈ ਨਾ ਕੋਈ ਥੋੜ੍ਹੇ ਗਏ ਨੇ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ, ਸਾਨੂੰ ਅਫਸੋਸ ਵੀ ਹੈ। ਔਰ ਮੇਰੀ ਇਹ ਰਿਕੁਐਸਟ ਵੀ ਹੈ, ਮੈਂ ਦੇਖਦੀ ਵੀ ਹਾਂ ਕਿ ਜਿੱਥੇ ਸਾਡੇ ਚੰਗੇ ਬੰਦੇ ਇਸ ਤਰ੍ਹਾਂ ਦੇ ਹੈਗੇ ਨੇ, ਤੇ ਜ਼ਰੂਰ ਉਹਨਾਂ ਨੂੰ ਵਿਚਾਰ ਕਰਕੇ ਕਿਤੇ ਨਾ ਕਿਤੇ ਟਿਕਟ ਦੇ ਦਿੱਤੀ ਜਾਣੀ ਚਾਹੀਦੀ ਹੈ। ਔਰ ਸਪੈਸ਼ਲੀ ਮੈਂ ਮਹਿਲਾਵਾਂ ਬਾਰੇ ਵੀ ਕਹਿੰਦੀ ਹਾਂ, ਜਿਸ ਤਰ੍ਹਾਂ ਪ੍ਰਿਯੰਕਾ ਜੀ ਨੇ ਯੂਪੀ ਦੇ ਵਿੱਚ 33% ਮਹਿਲਾਵਾਂ ਦੀ ਗੱਲ ਕੀਤੀ ਹੈ। ਤੇ ਇਹੀ ਨਹੀਂ ਕਿ ਮੈਂ ਸਾਨੂੰ ਮਿਲ ਗਈ ਜਾਂ ਦੂਜੀਆਂ ਮੇਰੀਆਂ ਭੈਣਾਂ ਨੂੰ ਹੋਰ ਨੂੰ ਮਿਲੀ ਹੈ। ਰਜ਼ੀਆ ਹੈ ਸਾਡੀ, ਆਪਣੀ ਉਧਰਲੀ ਚੌਧਰੀ ਹੈਗੀ, ਅਰੁਣਾ ਚੌਧਰੀ ਹੈ, ਤੇ 1-2 ਹੋਰ ਇਹਨਾਂ ਦੇ ਲਈ। ਤੇ ਬਾਕੀ ਅਜੇ ਟਿਕਟਾਂ ਸਾਡੀਆਂ ਪਈਆਂ ਨੇ, ਉਹਦੇ ਵਿੱਚ ਵੀ ਮੇਰੀ ਇਹੀ ਮੇਰੀ ਰਿਕੁਐਸਟ ਹਾਈ ਕਮਾਂਡ ਨੂੰ ਕਿ ਵੱਧ ਤੋਂ ਵੱਧ ਮਹਿਲਾਵਾਂ ਨੂੰ ਇੱਥੇ ਵੀ ਟਿਕਟਾਂ ਦਿੱਤੀਆਂ ਜਾ ਸਕਣ, ਸਾਡੀਆਂ ਬੱਚੀਆਂ ਬਰਾਬਰ ਆਉਣ। ਜੀ ਖੇਤੀ ਕਾਨੂੰਨਾਂ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਲੜਿਆ ਸੀਗਾ, ਜਿਹਦੇ ਵਿੱਚੋਂ ਕਿ 22 ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ। ਕਿਸ ਤਰ੍ਹਾਂ ਦੇਖੋ? ਦੇਖੋ ਉਹਨਾਂ ਦਾ ਆਪਣਾ ਇੰਟਰਨਲ ਮਾਮਲਾ ਹੈ। ਅੰਦੋਲਨ ਵਿੱਚ ਸਾਰੇ ਵਰਗਾਂ ਦੀ, ਸਾਰਿਆਂ ਲੋਕਾਂ ਦੀ, ਸਾਰੀਆਂ ਪਾਰਟੀਆਂ ਸ਼ਮੂਲੀਅਤ ਰਹੀ ਹੈ। ਔਰ ਵਾਕਈ ਇਸ ਗੱਲ ਦੀ ਇਹਨਾਂ ਦੀ ਬਹੁਤ ਵੱਡੀ ਇਹਨਾਂ ਦੀ ਦੇਣ ਹੈ, ਮੈਂ ਸਮਝਦੀ ਹਾਂ
ਕਿ ਇਤਿਹਾਸਕ ਇੱਕ ਅੰਦੋਲਨ ਲੜ ਕੇ ਦਿਖਾਇਆ ਕਿ 1.5 ਸਾਲ ਤੋਂ ਵੱਧ ਸਮਾਂ ਪੀਸਫੁਲ ਰਹਿ ਕੇ ਆਪਣੇ ਪਿੰਡੇ ਤੇ ਹੰਢਾ ਕੇ 750 ਦੇ ਲਗਭਗ ਸਾਡੀਆਂ ਸ਼ਹਾਦਤਾਂ ਦੇ ਕੇ ਆਪਣਾ ਇਹ ਮੋਰਚਾ ਫਤਿਹ ਕਰਕੇ ਆਏ ਨੇ। ਜਿਹੜਾ ਮੋਦੀ ਮੰਨਣ ਲਈ ਤਿਆਰ ਨਹੀਂ ਸੀ ਤੇ ਇਸ ਕਰਕੇ ਇਹਨਾਂ ਨੇ ਇਲੈਕਸ਼ਨਾਂ ਲੜਨਾ ਹੈ ਤਾਂ ਜ਼ਰੂਰ ਲੜਦੀਆਂ ਚਾਹੀਦੀਆਂ, ਹਰ ਇੱਕ ਨੂੰ ਹੱਕ ਹੈ। ਅੱਜ ਕੱਲ੍ਹ ਤਾਂ ਕੋਈ ਇੱਕ ਬੰਦਾ ਪਾਰਟੀ ਬਣਾਉਂਦਾ ਉਹ ਇਲੈਕਸ਼ਨ ਲੜਦਾ, ਦੋ ਬੰਦੇ ਬਣਾਉਂਦੇ ਉਹ ਪਾਰਟੀ ਲੜਦਾ, ਇਹ ਕਿਉਂ ਨਾ ਲੜ ਸਕਣ। ਪਰ ਇਹਦੇ ਬਾਵਜੂਦ ਉਹਨਾਂ ਨੇ ਕੀ ਕਰਤਾ, ਕੀ ਫੈਸਲਾ ਲੈ ਲਿਆ ਇੰਟਰਨਲੀ 22 ਜਥੇਬੰਦੀਆਂ ਦਾ ਕੀ ਹੈ, ਦੂਜੀਆਂ ਦਾ ਕੀ ਹੈ, 32 ਦਾ, ਇਹਦੇ ਤੇ ਮੈਨੂੰ ਕਿੰਤੂ ਪਰੰਤੂ ਮੈਂ ਨਹੀਂ ਕਰ ਸਕਦੀ ਕਿਉਂਕਿ ਇਹਨਾਂ ਦਾ ਆਪਣਾ ਭਾਈਚਾਰਕ ਮਾਮਲਾ ਹੈ ਤੇ ਆਪਸ ਵਿੱਚ ਇਹਨਾਂ ਦੀ ਗੱਲਾਂ ਕਰਨਗੇ, ਉਹੀ ਇਸ ਦੇ ਉੱਤੇ ਕੁਝ ਕਹਿ ਸਕਦੇ ਆ। ਅਸੀਂ ਕਹਿੰਦੇ ਇੱਕ ਅੰਦੋਲਨ ਲੜ ਕੇ ਦਿਖਾਇਆ ਕਿ 1.5 ਸਾਲ ਤੋਂ ਵੱਧ ਸਮਾਂ ਪੀਸਫੁਲ ਰਹਿ ਕੇ ਆਪਣੇ ਪਿੰਡੇ ਤੇ ਹੰਢਾ ਕੇ 750 ਦੇ ਲਗਭਗ ਸਾਡੀਆਂ ਸ਼ਹਾਦਤਾਂ ਦੇ ਕੇ ਆਪਣਾ ਇਹ ਮੋਰਚਾ ਫਤਿਹ ਕਰਕੇ ਆਏ ਨੇ। ਜਿਹੜਾ ਮੋਦੀ ਮੰਨਣ ਲਈ ਤਿਆਰ ਨਹੀਂ ਸੀ ਤੇ ਇਸ ਕਰਕੇ ਇਹਨਾਂ ਨੇ ਇਲੈਕਸ਼ਨਾਂ ਲੜਨਾ ਹੈ ਤਾਂ ਜ਼ਰੂਰ ਲੜਦੀਆਂ ਚਾਹੀਦੀਆਂ, ਹਰ ਇੱਕ ਨੂੰ ਹੱਕ ਹੈ। ਅੱਜ ਕੱਲ੍ਹ ਤਾਂ ਕੋਈ ਇੱਕ ਬੰਦਾ ਪਾਰਟੀ ਬਣਾਉਂਦਾ ਉਹ ਇਲੈਕਸ਼ਨ ਲੜਦਾ, ਦੋ ਬੰਦੇ ਬਣਾਉਂਦੇ ਉਹ ਪਾਰਟੀ ਲੜਦਾ, ਇਹ ਕਿਉਂ ਨਾ ਲੜ ਸਕਣ। ਪਰ ਇਹਦੇ ਬਾਵਜੂਦ ਉਹਨਾਂ ਨੇ ਕੀ ਕਰਤਾ, ਕੀ ਫੈਸਲਾ ਲੈ ਲਿਆ ਇੰਟਰਨਲੀ 22 ਜਥੇਬੰਦੀਆਂ ਦਾ ਕੀ ਹੈ, ਦੂਜੀਆਂ ਦਾ ਕੀ ਹੈ, 32 ਦਾ, ਇਹਦੇ ਤੇ ਮੈਨੂੰ ਕਿੰਤੂ ਪਰੰਤੂ ਮੈਂ ਨਹੀਂ ਕਰ ਸਕਦੀ ਕਿਉਂਕਿ ਇਹਨਾਂ ਦਾ ਆਪਣਾ ਭਾਈਚਾਰਕ ਮਾਮਲਾ ਹੈ ਤੇ ਆਪਸ ਵਿੱਚ ਇਹਨਾਂ ਦੀ ਗੱਲਾਂ ਕਰਨਗੇ, ਉਹੀ ਇਸ ਦੇ ਉੱਤੇ ਕੁਝ ਕਹਿ ਸਕਦੇ ਆ। ਅਸੀਂ ਕਹਿੰਦੇ ਹਾਂ ਜੇ ਲੜਦੇ ਆ ਤਾਂ ਸਾਨੂੰ ਤਾਂ ਅੱਛਾ ਲੱਗਦਾ, ਖੁਸ਼ੀ ਹੈ, ਚੰਗੀ ਹੈ, ਲੜਨਾ ਚਾਹੀਦਾ। ਇਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਦਾ ਕੀ ਚਾਂਸ ਹੈ? ਦੇਖੋ ਕਾਂਗਰਸ ਦੀ ਜਿਵੇਂ ਆਪਣੀ ਪੈਟ ਵੋਟ ਹੈਗੀ ਹੈ, ਉਹਦੇ ਵਿੱਚ ਕਾਂਗਰਸ ਨੂੰ ਕੋਈ ਐਸਾ ਨੁਕਸਾਨ ਨਹੀਂ ਹੈ ਕਿਉਂਕਿ ਹਰ ਇੱਕ ਥਾਵਾਂ 'ਤੇ ਸਾਨੂੰ ਤਾਂ ਇਸ ਵੇਲੇ ਜਿਹੜਾ ਵੱਡਾ ਨੁਕਸਾਨ ਸੀ ਪਹਿਲਾਂ, ਉਹ 4.5 ਮਹੀਨੇ ਪਹਿਲਾਂ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਦੋਂ ਸਾਨੂੰ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਕੈਪਟਨ ਨੂੰ ਕਟਹਿਰੇ 'ਚ ਲੋਕਾਂ ਨੇ ਖੜੇ ਕੀਤਾ ਸੀਗਾ ਜਿਹਦੇ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਸੀ। ਉਹਨਾਂ ਦੇ ਬਦਲਣ ਨਾਲ, ਚੰਨੀ ਦੇ ਆਉਣ ਨਾਲ ਜਿਸ ਤਰ੍ਹਾਂ ਦੇ ਨਵੇਂ ਫੈਸਲੇ, ਨਵੇਂ ਕਦਮ ਸਾਰੇ ਵਰਗਾਂ ਦੇ ਵਿੱਚ ਜਾ ਕੇ ਚੰਨੀ ਨੇ ਇੰਨੇ ਥੋੜ੍ਹੇ ਸਮੇਂ 'ਚ ਚੰਨੀ ਸਰਕਾਰ ਨੇ ਲਏ ਨੇ, ਉਹਦੇ ਕਰਕੇ ਸਾਨੂੰ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਬਹੁਤ ਵੱਡਾ ਸਾਨੂੰ ਸ਼ਕਤੀ ਮਿਲੀ ਹੈ, ਤਾਕਤ ਮਿਲੀ ਹੈ। ਇਸ ਕਰਕੇ ਸਾਡੇ ਨਾਲ ਵੋਟਾਂ ਉਹ ਵੀ ਜੁੜੀਆਂ ਜਿਹੜੀਆਂ ਕਦੇ ਸਾਡੇ ਨਾਲ ਨਹੀਂ ਜੁੜੀਆਂ ਸੀਗੀਆਂ ਤੇ ਸਾਨੂੰ ਉਹਦੇ ਵਿੱਚ ਐਸੀ ਕੋਈ ਗੱਲ ਨਹੀਂ, ਸਾਡੀ ਪਾਰਟੀ ਬਹੁਤ ਮਜ਼ਬੂਤ ਹੋ ਕੇ ਨਿਕਲੀ ਹੈ।